ਮਹਿੰਗਾ ਮੁੱਲਾ ਪਦਾਰਥ ਰੂਪੀ ਮਨੁੱਖਾ ਜਨਮ ਸਰੀਰ ਪ੍ਰਾਪਤ ਹੋਇਆ ਹੈ। ਸਰੀਰ ਨੂੰ ਤੇ ਕਦਮਾਂ ਨੂੰ, ਨੇਤਰਾਂ ਤੇ ਕੰਨਾਂ ਨੂੰ ਸਫਲੇ ਬਣਾਉਂਦੇ ਹੋਏ, ਸ਼ਾਮ ਦੀ ਸੰਧਿਆ ਮਨਾਉਂਦੇ ਹੋਏ ਗੁਰੂ ਦੇ ਸਨਮੁਖ ਬੈਠੇ ਹੋ। ਰਹਿਰਾ ਸਾਹਿਬ ਜੀ ਦਾ ਪਾਠ, ਚੌਕੀ ਸਾਹਿਬ ਦੀ ਪਵਿੱਤਰ ਬਾਣੀ ਰੱਖਿਆ ਕਰਨ ਵਾਲੀ ਦਾ ਪਾਠ ਨਿਤਨੇਮ ਦੇ ਰੂਪ ਵਿੱਚ ਸਰਵਣ ਕਰਨ ਤੋਂ ਉਪਰੰਤ ਸਤਿਕਾਰਯੋਗ ਗੁਰਮੁਖਾਂ ਨੇ ਸਾਜ਼ਾਂ ਦੇ ਨਾਲ ਗਾ ਕਰਕੇ ਗੁਰੂ ਕੀ ਪਵਿੱਤਰ ਬਾਣੀ, ਜੋ ਅੱਜ ਸੰਗਰਾਂਦ ਦਾ ਦਿਹਾੜਾ ਹੈ, ਉਸ ਨੂੰ ਮੱਦੇ ਰੱਖਦਿਆਂ ਹੋਇਆਂ ਚੇਤ ਮਹੀਨੇ ਦਾ ਪਾਠ ਆਪ ਜੀ ਦੇ ਸਰਵਣ ਕੀਤਾ ਹੈ। ਤੇ ਹੋਰ ਸ਼ਬਦ ਸਤਿਗੁਰ ਕਿਰਪਾ ਕਰਨ ਪੜ੍ਹਿਆ ਸੋਇਆਂ ਥਾਈਂ ਪਾਉਣ। ਗੁਰਮੁਖੋ, ਇਹ ਨਵਾਂ ਸਾਲ ਆਰੰਭ ਹੋਇਆ ਹੈ, ਜੋ ਧੰਨ ਗੁਰੂ ਨਾਨਕ ਪਾਤਸ਼ਾਹ ਰਚਨਾ ਤੋਂ ਗੁਰੂ ਗ੍ਰੰਥ ਸਾਹਿਬ ਅਨੁਸਾਰ 12 ਮਾਹ 12 ਜਿਸ ਮਾਹ ਮਹੀਨੇ ਆਉਂਦੇ ਨੇ। ਅੱਜ ਰਮਤਾ ਹੋਣੀ ਹੈ ਚੇਤ ਮਹੀਨੇ ਦੀ, ਤੇ ਭੋਗ ਪੈਣਾ ਫੱਗਣ ਮਹੀਨੇ ਨੂੰ ਜਾ ਕੇ। ਜੇ ਸੰਗਰਾਂਦ ਵਾਲੇ ਦਿਨ 1 ਮਹੀਨੇ ਦਾ ਪਾਠ ਦੀ ਵਿਚਾਰ ਕੀਤੀ ਜਾਵੇ ਤੇ ਕਰਨੀ ਬਣਦੀ ਹੈ, ਤੇ ਫਿਰ ਸਾਲ ਨੂੰ ਜਾ ਕੇ ਫੱਗਣ ਮਹੀਨੇ ਨੂੰ ਸਮਾਪਤੀ ਹੋਵੇਗੀ। ਇਸ ਬਾਤ ਸਾਨੂੰ ਬਹੁਤਾ ਗਿਆਨ ਨਹੀਂ। ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ 12 ਮਾਹ ਉਚਾਰਿਆ, ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਰਹਿੰਦਿਆਂ, ਜੋ ਪਾਕਿਸਤਾਨ ਵਿੱਚ ਹੈ, ਡੇਰੇ ਬਾਬੇ ਨਾਨਕ ਤੋਂ ਨੇੜੇ, ਉਸ ਥਾਂ 'ਤੇ ਸਿੱਖ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਹਜ਼ੂਰ ਨੇ ਤੁਖਾਰੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਅੰਦਰ 1107 ਅੰਗ 'ਤੇ 12 ਮਾਹ ਆਰੰਭ ਕੀਤਾ ਤੇ ਰਮਤਾ ਚੇਤ ਮਹੀਨੇ ਤੋਂ। ਜਿਹੜਾ 12 ਮਾਹ ਪ੍ਰਚਲਿਤ ਤੇ ਬਹੁਤਾ ਪੜ੍ਹਦੇ ਹੈ ਹਰ ਸੰਗਰਾਂਦ 'ਤੇ, ਇਹ ਸੰਗਤਾਂ ਦੇ ਬੇਨਤੀ ਕਰਨ ਤੋਂ ਗੁਰੂ ਅਰਜਨ ਸਾਹਿਬ ਜੀ ਨੇ 133 ਅੰਗ 'ਤੇ ਬਾਝ ਰਾਗ ਵਿੱਚ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਬਖਸ਼ ਕੀਤਾ ਹੈ। ਸੋ ਇਸ ਪ੍ਰਕਾਰ 12 ਮਾਹ ਆਏ ਤੇ ਦੋਵਾਂ ਦੀ ਰਮਤਾ ਚੇਤ ਮਹੀਨੇ ਤੋਂ, ਤੇ 12 ਮਾਹ ਦਸਮ ਗ੍ਰੰਥ ਵਿੱਚ ਕਲਗੀਧਰ ਪਿਤਾ ਨੇ ਕਥਨ ਕੀਤੇ ਨੇ, ਉਹਨਾਂ ਦੋਵਾਂ ਦੀ ਰਮਤਾ ਵੀ ਚੇਤ ਮਹੀਨੇ ਤੋਂ। ਅਸੀਂ ਮਨਾਉਂਦੇ ਬੜੀ ਧੂਮ-ਧਾਮ ਨਾਲ 1 ਜਨਵਰੀ ਨਵਾਂ ਸਾਲ। ਸਰਵੱਥੇ ਉਹ ਜੱਸੂ ਜੀ ਮਹਾਤਮਾ ਦੀ ਕੁਰਬਾਨੀ ਹੈ, ਭਾਈਆਂ ਦਾ ਖਲੀਫਾ ਅਵਤਾਰ ਹੈ, ਪੈਗੰਬਰ ਹੈ। ਇਹ ਉਸ ਦਾ ਬਰਥਡੇ ਹੈ, ਉਸ ਦਾ ਦਿਨ ਹੈ। ਬੜੇ ਪਿਆਰ ਸ਼ਰਧਾ ਨਾਲ ਮਨਾਉਣੇ ਹੈ। ਤੇ ਜੇ ਪ੍ਰਾਪਤਨ ਰਿਵਾਜ ਸਮਝ ਲਈਏ ਪਿਛਲੇ ਸਮਿਆਂ ਦਾ, ਜਦੋਂ ਬਹੁਲਤਾ ਅੰਗਰੇਜ਼ੀ ਦੀ ਨਹੀਂ ਸੀ ਹੁੰਦੀ, ਉਦੋਂ ਲੋਕ ਕੀ ਕਰਦੇ ਸੀ, ਜੋ ਕੁਦਰਤ ਨੇ, ਨਿਰੰਕਾਰ ਨੇ ਇਹ ਚੰਦਰਮਾ ਤੇ ਸੂਰਜ ਬਣਾਏ ਨੇ, ਰਾਤਾਂ ਬਣਾਈਆਂ, 5 ਤੱਤ ਬਣਾਏ, 4 ਖਾਣੀਆਂ ਬਣਾਈਆਂ। ਕਿਸੇ ਮਹਿਕਮੇ ਦੀ ਗੱਲ ਨਹੀਂ, ਕਿਸੇ ਕੌਮ ਦੀ ਨਹੀਂ, ਕਿਸੇ ਬੰਦੇ ਦੀ ਨਹੀਂ, ਪਰਮੇਸ਼ਰ ਨਿਰੰਕਾਰ ਦੀ ਦੇਣ ਹੈ। ਸੋ ਇਹ ਜਿਹੜੀਆਂ ਰੁੱਤਾਂ ਬਦਲਦੀਆਂ ਨੇ ਸੂਰਜ ਅਨੁਸਾਰ, ਇਸ ਪ੍ਰਕਾਰ ਜਿਹੜੇ ਵਾਰਾਂ ਅਨੁਸਾਰ ਜਿਹੜੇ ਸੋ ਇਹ ਮਹੀਨੇ ਬਦਲਦੇ ਨੇ ਚੰਦਰਮਾ ਅਨੁਸਾਰ। ਬਾਣੀ 'ਚ ਪੰਗਤੀਆਂ ਨੇ, ਪੁੰਨਿਓ ਪੂਰਾ ਚੰਦ ਆਕਾਸ਼, ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਤੇ ਬਾਣੀ ਹਜ਼ੂਰ ਨੇ ਲਿਖਿਆ, ਮਾਵਸਿਆ ਚੰਦਗੁਪਤ ਗਣਾਰ। ਗਹਿਣਾਰ ਨਾਮ ਆਕਾਸ਼ ਦਾ ਹੈ, ਗੁਪਤ ਹੈ ਚੰਦਰਮਾ, ਜਾਂਦਾ ਕਿਤੇ ਨਹੀਂ, ਦਿਸਣੋਂ ਹਟ ਜਾਂਦਾ ਹੈ। ਸੋ ਮੱਸਿਆ ਤੋਂ ਅਗਲੀ ਜਿਹੜੀ ਸਿੱਧ ਹੁੰਦੀ ਹੈ 15 ਸਿੱਧਾਂ ਅਨੁਸਾਰ, ਉਸ ਨੂੰ ਸੁਧੀ ਕਿਹਾ ਜਾਂਦਾ ਹੈ। ਤੇ ਪੁੰਨਿਆ ਤੋਂ ਬਾਅਦ ਜਿਹੜੀ ਆਉਂਦੀ ਅਗਲੀ ਸਿੱਧ, ਉਸ ਨੂੰ ਵਧੀ ਕਿਹਾ ਜਾਂਦਾ ਹੈ। ਤੇ ਪ੍ਰਾਤਨ ਲੋਕ ਇਹ 12 ਮਾਹ ਅਨੁਸਾਰ ਕਿਹੜਾ ਕੰਮ ਕਦੋਂ ਕਰਨਾ ਹੈ, ਚੇਤਨਵੇਂ ਮਹੀਨੇ ਦੀ ਕਿੰਨੀ ਸੁਧੀ ਨੂੰ ਕਰਨਾ ਹੈ ਜਾਂ ਕਿੰਨੀ ਵਧੀ ਨੂੰ ਕਰਨਾ, ਇਹ ਪੁਰਾਤਨ ਰਿਵਾਜ ਤੇ ਪ੍ਰਚਲਿਤ ਸੀਗਾ। ਕੋਈ ਕਿਸੇ ਨਾਲ ਕਰਾਰ ਕਰਨਾ ਵੀ ਆਹ ਕੰਮ ਇਸ ਤਰੀਕ ਨੂੰ ਕਰਾਂਗੇ, ਆਹ ਤੈਨੂੰ ਦੇਣਾ, ਇਸ ਨੂੰ ਦੇਵਾਂਗੇ, ਭਾਦਰੋਂ ਦੀ ਜਿਵੇਂ ਹੋਵੇ, ਹੋਰ ਕਿਸੇ ਮਹੀਨੇ ਦੀ ਹੋਵੇ, ਇਹ ਪੁਰਾਤਨ ਰਿਵਾਜ ਸੀ, ਜਿਸ ਨੂੰ ਭੁੱਲਦਿਆਂ ਆਪਾਂ ਅੰਗਰੇਜ਼ੀ ਮੱਤ ਦੇ ਬਹੁਤ ਆ ਗਏ ਹਾਂ, ਬਾਕੀ ਭੁੱਲ ਹੀ ਜਾਂਦੇ ਹਾਂ। ਤੇ ਉਹ ਬਿਕਰਮੀ ਸੰਮਤ ਵੀ ਨਵਾਂ ਸਾਲ ਆਰੰਭ ਹੋਣ ਵਾਲਾ ਹੈ। ਬਹੁਤਾ ਗਿਆਨ ਨਹੀਂ ਹੋਣਾ ਕਦੋਂ ਆਰੰਭ ਹੁੰਦਾ ਹੈ। ਇਸੇ ਚੇਤ ਮਹੀਨੇ ਦੀ ਮੱਸਿਆ ਤੋਂ ਅਗਲੀ ਸਿੱਧ ਨੂੰ ਨੇੜੇ ਆ ਰਹੀ ਹੈ ਨਵਾਂ ਸਾਲ। ਤੇ ਮਹਾਰਾਜ ਸਾਹਿਬ ਜੀ ਦੀ ਜਿੰਨੀਆਂ ਭਾਵ ਇਹ ਚਿੱਠੀਆਂ ਨੇ ਤੇ ਜਿੰਨੇ ਹੁਕਮਨਾਮੇ ਨੇ, ਉਹਨਾਂ ਦੇ ਸੰਮਤ ਬਿਕਰਮੀ ਲਿਖਿਆ। ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੀ ਅੱਖਰਾਂ 'ਚ ਬਿਕਰਮੀ ਸ਼ਬਦ ਲਿਖਿਆ ਹੈ। ਜੋ ਪੰਕਤੀਆਂ ਨੇ, ਆਉਣ 78 ਜਾਣ 97 ਹੋਰ ਵੀ 88 ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਈ ਸੀ ਸੱਚ ਕੀ ਬੇਲਾ,
ਇਹ ਬਿਕਰਮੀ ਸੰਮਤ ਹੈ ਤੇ ਗੁਰੂ ਸਾਹਿਬ ਦੇ ਅਵਤਾਰ ਪਰ ਬਹੁਤੇ ਸੰਬੰਧ ਬਿਕਰਮੀ ਸੰਮਤ ਨਾਲ ਸੰਬੰਧਿਤ ਨੇ। ਫਿਰ ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਦਸਮ ਗ੍ਰੰਥ ਵਿੱਚ ਚੌਪੀ ਰੋਜ਼ ਪੜ੍ਹਦੇ ਹੈ। ਸੰਮਤ 17 ਸਾਇਸ ਬਣੇਗਾ ਅਰਧ ਸਾਇਸ ਬਨ ਤੀਨ ਕਹਿ ਭਾਦਰਵ ਸੁਦੀ ਅਸ਼ਟਮੀ ਦਾ ਵਾਰਾ ਤੀਰ ਸਤਰਵ ਗ੍ਰੰਥ ਸੋਰਾਰਾ। ਸੰਮਤ ਕਿਹੜਾ ਸੀ? 1700 ਸਹਿਸ 100 ਨੂੰ ਕਹਿੰਦੇ ਭਣੀਜੇ ਨਾਮ ਕਥਨ ਕਰਦਾ ਹੈ। ਅਰਧ ਸਹਿਸ ਅੱਧਾ 150 ਤੇ ਪੁਨ 3 ਕਹਿਜਾ ਕਹਿ ਦਿੱਤੇ ਨੇ। 1753 ਬਿਕਰਮੀ ਤੇ ਭਾਦਰੋਂ ਮਹੀਨੇ ਦੀ ਸੁਦੀ ਮੱਸਿਆ ਤੋਂ ਉਪਰੰਤ 8ਵੀਂ ਤਿਥ ਸੀ ਤੇ ਰਵ ਵਾਰਾ ਉਦਣ ਐਤਵਾਰ ਸੀ। ਰਵ ਨਾਮ ਸੂਰਜ ਦਾ ਹੈ। ਜਿੱਦਣ ਅਸੀਂ ਇਹ ਗ੍ਰੰਥ ਸੁਧਾਰਿਆ ਰਸਨਾ ਉਚਾਰਿਆ ਤੇ ਤੀਰ ਕਿਨਾਰਾ ਸੀ ਸਤਲੁਜ। ਇਸ ਪ੍ਰਕਾਰ ਭਗੌਰ ਸਾਹਿਬ ਜਿਸ ਨੂੰ ਕਹਿੰਦੇ ਆ। ਇਹ ਤਰ੍ਹਾਂ ਸੰਮਤ 17 ਸਹਿਜ ਪਜਾਵਨ ਹਾੜਵਤੀ ਪ੍ਰਥਮ ਸੁਖਦਾਵਨ ਤੋਏ ਪ੍ਰਸਾਦ ਕਰ ਗ੍ਰੰਥ ਸੁਧਾਰਾ। ਇਸ ਪ੍ਰਕਾਰ ਇਸ 2 ਵਾਰੀ ਲਿਖ ਦਿੱਤਾ ਹੈ ਦਸਮ ਗ੍ਰੰਥ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਬੜੀ ਪਹਿਲ ਦਿੰਦੇ ਰਹੇ ਹਨ। ਸਮੇਂ ਅਨੁਸਾਰ ਰਿਵਾਜ ਬਦਲ ਗਿਆ ਹੈ। ਬਹੁ ਗਿਣਤੀ ਇਹ ਵਾਰਾਂ ਨੂੰ ਵੀ ਭੁੱਲੀ ਜਾਂਦੇ ਆ, ਦੇਸੀ ਮਹੀਨਿਆਂ ਨੂੰ ਵੀ ਭੁੱਲੀ ਜਾਂਦੇ ਆ ਤੇ ਵਾਰਾਂ ਨੂੰ ਵੀ ਭੁੱਲੀ ਜਾਂਦੇ ਆ, 15 ਥਿੱਤਾਂ ਨੂੰ ਵੀ ਭੁੱਲੀ ਜਾਂਦੇ ਆ। ਗੁਰੂ ਗ੍ਰੰਥ ਸਾਹਿਬ ਲਿਖੀਆਂ ਨੇ ਸਿੱਖੀ ਮੱਤ ਦੇ ਨੇੜੇ। ਅੱਜ ਨਵਾਂ ਸਾਲ ਹੈ, ਕਿੰਨਾ ਕੁ ਉਤਸ਼ਾਹ ਹੈ, ਕਿੰਨਾ ਕੁ ਪਿਆਰ ਹੈ। ਨਵਾਂ ਸਾਲ ਦੇ ਭਾਵੇਂ ਜਦੋਂ ਕਿਸੇ ਦਾ ਕੋਈ ਜਨਮ ਹੋਇਆ ਉਸੇ ਦਿਨ ਤੋਂ ਹੀ ਹੈ। ਨਵਾਂ ਸਾਲ ਹਰ ਰੋਜ਼ ਹੀ ਹੈ। ਜਿਹੜਾ ਹੱਥੋਂ ਨਿਕਲ ਗਿਆ ਸਮਾਂ ਫੇਰ ਨਹੀਂ ਆਪਣੇ ਹਿੱਸੇ 'ਚ ਆਉਣਾ। ਇੱਥੋਂ ਬਰੀਕੀ ਤੱਕ ਆਖੀ ਕੇਰੇ ਮੱਟ ਕੇ ਪਲ ਪਲ ਗਈ ਬਿਹਾਏ। ਸੱਖ ਮੀਟ ਕੇ ਖੁਰਣੀ ਕਿੰਨਾ ਕੁ ਸਮਾਂ ਉਹ ਪਲ ਹੱਥੋਂ ਨਿਕਲ ਗਿਆ। ਨਵਾਂ ਹੀ ਆਉਣਾ ਅੱਗੇ, ਪੁਰਾਣਾ ਫੇਰ ਨਹੀਂ ਆਉਣਾ। ਜਿਹੜਾ ਸਵਾਸ ਮੁਖ 'ਚੋਂ ਨਿਕਲ ਗਿਆ ਘੜੀ ਦੇ ਸਕਿੰਡ ਦੀ ਤਰ੍ਹਾਂ ਪਿੱਛੇ ਨੂੰ ਨਹੀਂ ਆਉਣਾ, ਅੱਗੇ ਨੂੰ ਜਾ ਰਿਹਾ, ਅੱਗੇ ਨੂੰ ਜਾ ਰਿਹਾ ਹੈ। ਤੇ ਸ੍ਰਿਸ਼ਟੀ ਸਾਜੀ ਕਦੋਂ ਸੀ ਕਰਦੇ ਪੁਰਖ ਨੇ? ਇਹ ਚੇਤ ਮਹੀਨੇ ਸੰਗਰਾਂਦ ਤੋਂ ਸਾਜੀ ਸੀ ਜਾਂ ਬਿਕਰਮੀ ਤੋਂ ਜਾਂ ਹਿਜਰੀ ਤੋਂ ਜਾਂ ਸਾਕੇ ਤੋਂ ਜਾਂ ਈਸਵੀ ਸੰਨ ਤੋਂ? ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ, ਨਾ ਕੋਈ ਨਿਰਣਾ ਕਰ ਸਕਦਾ ਹੈ। ਇਸ ਪ੍ਰਕਾਰ ਆਪੇ ਸ੍ਰਿਸ਼ਟ ਸਭ ਸਿਰਜੀ ਆਪੇ ਬਨ ਗੋਈ। ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ। ਪਹਿਲੇ ਧੰਨ, ਹੁਣ ਧੰਨ ਤੇ ਆਉਣ ਵਾਲੇ ਸਮੇਂ 'ਚ ਧੰਨ। ਅਵਤਾਰਾਂ ਪਿਕੰਬਰਾਂ ਗੁਰਮੁਖਾਂ ਨੂੰ ਦੁਨੀਆ 'ਤੇ ਭੇਜ ਕੇ ਉਹਨਾਂ ਨੂੰ ਵਡਿਆਈਆਂ ਜ਼ਰੂਰ ਦਿੱਤੀਆਂ, ਮਾਣ ਜ਼ਰੂਰ ਦਿੱਤਾ ਹੈ। ਤੇ ਸ੍ਰਿਸ਼ਟੀ ਇੱਕ ਵਾਰੀ ਤੇ ਸਾਜੀ ਨਹੀਂ। ਇਹ ਤਾਂ ਪਤਾ ਨਹੀਂ ਕਿੰਨੀ ਕੁ ਵਾਰ ਪਰਲੋ ਕੀਤੀ ਤੇ ਕਿੰਨੀ ਕੁ ਵਾਰ ਸਾਜੀ, ਕੋਈ ਗਿਣ ਸਕਦਾ ਹੈ? ਕਿਸੇ ਵਿੱਚ ਹਿੰਮਤ ਹੀ ਨਹੀਂ। ਹਜ਼ੂਰ ਨੇ ਫੈਸਲਾ ਕਰਦਾ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਬਰੋਈ ਆਪਣੇ ਸੂਤ। ਹੁਕਮ ਰੂਪੀ ਸੂਤ ਵਿੱਚ ਚੇਤਨ ਸਦਾ ਰੂਪੀ ਸੂਤ ਵਿੱਚ ਸਾਰੀ ਸ੍ਰਿਸ਼ਟੀ ਪਰੋਈ ਹੋਈ ਹੈ। ਭਲਾ ਪਿਤਾ ਦੇ ਜਨਮ ਨੂੰ ਪੁੱਤਰ ਕਿਵੇਂ ਦੱਸ ਸਕਦਾ ਹੈ? ਸਾਰੀ ਸ੍ਰਿਸ਼ਟੀ ਸਾਰੇ ਜਗਤ ਦਾ ਪਿਤਾ ਹਰ ਜੀ ਮਾਤਾ ਹਰ ਜੀ ਪਿਤਾ। ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਸਹਿਜੇ ਸਹਿਜ ਕਲਾਂਦਾ ਨਹੀਂ ਕਰਦਾ ਆਲਕ। ਕਈ ਵਰੀ ਪਰਲੋ ਹੋਏ ਤੇ ਕਈ ਵਾਰੀ ਸਾਜੀ। ਕਿੰਨੀ ਗਿਣਤੀ ਉਹ ਕਿੰਨੀ ਕਰ ਲਊਗਾ? ਗੁਰਮੁਖ ਜਦੋਂ ਪਰਲੋ ਹੁੰਦੀ ਹੈ ਉਸਨੂੰ ਨਿੱਤ ਪਰਲੋ, ਨਿਮਿਤ ਪਰਲੋ, ਵਾਤਰ ਪਰਲੋ, ਮਹਾ ਪਰਲੋ ਹੁੰਦੀ ਰਹੀ ਹੈ ਤੇ ਗਾਹ ਹੋਣੀ ਹੈ, ਪਤਾ ਨਹੀਂ ਕਦੋਂ ਹੋ ਜਾਣੀ ਹੈ। ਇੱਕ ਤੇ ਨਿੱਤ ਪਰਲੋ ਹੈ ਜਿਹੜਾ ਸਵਾਸ ਸਰੀਰ ਤੋਂ ਬਾਹਰ ਹੋ ਕੇ ਮੁੜਦਾ, ਜਦੋਂ ਨਾ ਮੁੜਿਆ ਉਦੋਂ ਹੀ ਪਰਲੋ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ, ਸਵਾਸ ਸਵਾਸ ਨਾਮ ਜਪ ਬਿਰਥਾ ਸਾਸ ਮਤ ਖੋਏ। ਕਿਆ ਜਾਣਾ ਕਿ ਅੰਤ ਮੈਂ ਇਹੀ ਸਵਾਸ ਮਤ ਹੋਏ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਫੈਸਲਾ ਜਿਹੜਾ ਸਵਾਸ ਤੇਰੇ ਮੁੱਖ ਵਿੱਚ ਹੈ ਬਾਹਰ ਹੋਇਆ ਹੈ, ਕੋਈ ਪਤਾ ਨਹੀਂ ਆਖਰੀ ਨਾ ਹੋਵੇ ਦੂਜਾ ਆਉਣਾ ਕਿ ਨਹੀਂ। ਇਹੀ ਨਿਰਣਾ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਹੈ। ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ। ਨਾਨਕ ਬਿਲਵੈ ਤਿਸੇ ਸਰੇਵੋ ਜਾ ਕੇ ਜੀ ਪਰਾਣਾ। ਇਹੀ ਨਿਰਣਾ ਸੁਥਰਾ ਜੀ ਮਹਾਤਮਾ ਨੇ ਕੀਤਾ ਹੈ। ਕਹਿੰਦੇ ਹੱਥ ਦੀ ਹੱਥ ਵਿੱਚ ਰਹਿ ਜੇ ਮੂੰਹ ਵਿੱਚ ਰਹੇ ਗਰਾਹਾ। ਲੱਖ ਲਾਂਤ ਤੇਰੇ ਸੁਖੜਿਆ ਜੇ ਦਮ ਦਾ ਕਰੀ ਵਸਾਹਾ। ਹੱਥ 'ਚ ਫੜੀ ਹੱਥ 'ਚ ਹੀ ਰਹਿ ਜੇ ਤੇ ਮੂੰਹ ਵਿੱਚ ਵੀ ਅੱਗੇ ਲੰਘਣ ਨੂੰ ਹੁਕਮ ਨਾ ਹੋਵੇ, ਮੂੰਹ 'ਚ ਹੀ ਰਹਿ ਜਾਵੇ। ਕੋਈ ਭਰੋਸਾ ਐਵੇਂ ਡੀਂਗਾ ਮਾਰੀ ਫਿਰਦੇ, ਐਵੇਂ ਮਾਣ ਕਰੀ ਫਿਰਦੇ।
राखो कंधो सारो नीवा, 3.5 हथ तेरी सीवा। बड़े यतन करते हैं। खा गुरमुखो रहो विचार, किन्नी वार सिरजी ते किन्नी वारी ढाई, ते अपने च गोई मिलाई छपाई अभेद कीती। ये नित परलो है जिहड़ा रोज़ सौ जाने तो फिर उठते हैं। तां ते हजूर का हुक्म है कि कीर्तन सोहला पढ़ के, रखिया के शब्द पढ़ के अरदास करके सोया करो। फिर तुहाडे नेड़े जम नहीं आवेगा जे सुत्तियां सवास निकल भी गए थे। कई साखियां तुहाडे सामने होणगियां, उनका चंगा भला सुता सवेरे उठिया ही नहीं, कोई पता नहीं, जिंदगी का घड़ी का पता नहीं किसी को। इस प्रकार मौत को सदा चेते रखना चाहिए है ताकि विराग पैदा हो। जे विराग पैदा होवे तो फिर ज्ञान त्याग पैदा हो जाता है, त्याग हो गया तो ज्ञान पैदा हो जाता है। इन्हां वस्तुओं का कोई संबंध है तो परमेश्वर तो विछड़े जिन्हों विछोड़ा याद नहीं आता, उन्हें मर के तो भूतने बनने, जिंदा ही भूतना है। बिरहा बिरहा आखिए बिरहा तू सुल्तान, फरीदा चेतन बिरह न उपजे, सो तन जान मसान, मसान नाम भूतने दे। ये साडी गुरमुखो नित परलो हर एक वास्ते। ते नहीं तो फिर सियाणियां बजुर्गों को पुछ लो, वो भी कहते हैं कि कहते हैं आप मोए जग परलो। जिहड़ा आप मर गया जग ते उहदे लई सारे जग दी परलो हो गई। इस प्रकार नित मरलो ते निमित परलो ते वांतर परलो किहनूं कहंदे है? वांतर परलो पानी नूं कहंदे है। सारी धरती पानी का ही खाज है ते नाम ही तां ही पए ने 2 आबा ते 5 आबा। ये 5 पानी की धरती है, 2 पानी की धरती है। पानी वगे ने अगे ते फिर वगणगे। जीव जंतु सारे धरती च मिल जाएंगे। परलो होगी तो धरती की परलो पानी च हो जाओ। ते पानी विच अग्नि है जिसनों सो बड़वा अग्नि कहते हैं। एक प्रतख अग्नि चुल्हियां च बालते हैं, जठर अग्नि सरी गर्म रखती है। एक डावा अग्नि जंगलों में पैदा होकर जंगलों में साड़ देती है। जदों हवा चलती है तो वास आपस में घसते हैं तो अग्नि भड़क पैंदी है, सारे साड़ देती है। उन्होंने दावा अग्नि कहते। दावा अग्न बहुत तिरन जाले, कोई हरिया बूट रहे होरी। इस प्रकार ते फिर एक अग्नि पानी विच है। सो जिहड़ी 999 नदी रोज़ समुद्र च पैंदी है तो इन्ना पानी रोज़ साड़ी जाती है। समा आओ जीव जंतु धरती च मिल गए तो धरती पानी च मिल गई तो पानी अग्नि साड़ दो तो अग्नि हवा च मिल जाती है। जिथे बैठे 4 सवेरे हवा साढ़े तो 4 सवेरे हवा दे विच अग्नि है। बालदी को मोमबत्ती दीवा बुझा दो तो पुछो भी किधर गई, कहते हवा च मिल गई। तो जे बालोगे तो कित्थों पैदा होगी? हवा तो पैदा हो गई। इस प्रकार हवा कित्थों आई है, कित्थे रखी रब ने? आकाश विच। वह उस प्रकार उतों चलती उत्थे चले जाती है। सो ते काश किन बनाया परमेश्वर करते पुरख ने, फिर दुनिया ते रह की गया? ना जीव जंतु रहे तो ना धरती रही तो ना पानी रहा तो ना अग्नि तो ना हवा तो ना आकाश, कुछ भी नहीं। ये फिर किन्ना चिर किन्ना समा। साहिबां दी बाणी पंगदियां ने अरबद खरबद धुंधू घारा, धरना गगना हुक्म पारा, ना दिन रैन ना चंद ना सूरज, नदी ना नीर वहाए दा। कोई वस्तु दुनिया ते है ही नहीं, कोई तत्त नहीं, अंत धुंध। इस प्रकार चंद्रमा सूरज ते धरती के 5 तत्तां की वियाजू है, स्थिर ये भी नहीं। तरत पताल आकाश है, चंद सूर विनासी, बादशाह शाह मराब खान चाहे डेरे जासी। रंग तुम गरीब मसब लोक सदासी, काजी सेक मसायका सबे उठ जासी। पीर पिकंबर औलिए को थिर न रहासी, रोजा बांग निवाज किते बिन बुझे सब जासी। मुक्ति गल तो यह है भी जो दिसे सो बिनसरा, जो उपजो सो बिनस है। परो आज के काल, इन्ना के समा कोई अज तो कोई कल, कोई ज़्यादा तो कोई घट समा। अंत हर वस्तु का है, चलाए मन हर वस्तु है, कोई स्थिर नहीं। इस प्रकार गुरमुखो जानना करो। जो अरब खरब साल अपनी मौज में बैठा रहिंदा है, बैठा वेखे वख अकेला, फुरने च आया मन च आया भी सरीची साज रवां, बहुते रूप हो जावां। तो फिर की करदा? एक है अनेक है फिर एक है, खेल 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 खेलने अंत को फिर एक। बाणी के प्रमाण फैसला करते हैं ना, वो एक नहीं अनेकता रूप धारे ने।
ਤੇ ਫਿਰ ਇੱਕ ਹੋ ਜਾਂਦਾ ਚੌਪੀ ਸਾਹਿਬ 'ਚ ਆਉਂਦੀਆਂ ਪੰਕਤੀਆਂ, ਜਦੋਂ ਸ੍ਰਿਸ਼ਟੀ ਸਾਜਦਾ ਤੇ ਕੀ ਕਰਦਾ ਹੈ। ਜਪ ਉਦ ਕਰਖ ਕਰਾ ਕਰਤਾਰਾ, ਪਰਜਾ ਧਰਤ ਤਬ ਦੇਹ ਅਪਾਰਾ। ਉਦ ਕਰਖ ਫੁਰਨਾ ਸਵਾਸ ਵਾਸ ਰਸਨਾ ਤੋਂ ਛੱਡਿਆ, ਬਾਹਰ ਨੂੰ ਸ੍ਰਿਸ਼ਟੀ ਸਾਜ ਲਈ। ਤੇ ਜਦ ਆ ਕਰਖ ਆਪਣੇ ਫੁਰਨੇ ਨੂੰ ਖਿੱਚ ਲਿਆ, ਆਪਣੇ ਖਿਆਲ ਨੂੰ, ਤੇ ਤੇਰੇ ਵਿੱਚ ਸਭ ਕੁਝ ਮਿਲ ਗਿਆ। ਇਸ ਪ੍ਰਕਾਰ ਦੁਨੀਆ 'ਤੇ ਹੁੰਦੀ ਆਈ ਹੈ ਤੇ ਅੱਗਾਂ ਹੁੰਦੀ ਰਹੇਗੀ। ਤੇ ਕਿੰਨੀ ਵਾਰ ਸਾਜੀ ਤੇ ਕਿੰਨੀ ਵਾਰੀ ਢਾਈ, ਇਹ ਕਿਹਦੇ 'ਚ ਹਿੰਮਤ ਹੈ ਗਿਣ ਲਵੇ, ਪਤਾ ਤੇ ਇੱਕ ਵਾਰੀ ਦਾ ਵੀ ਨਹੀਂ। ਐਵੇਂ ਕੋਈ ਡੀਂਗਾ ਮਾਰੀ ਚੱਲੇ। ਜਦੋਂ ਚਿੱਤ ਕੀਤਾ ਫਿਰ ਆਕਾਸ਼ ਪੈਦਾ ਹੋ ਗਿਆ। ਉਸ ਆਕਾਸ਼ ਵਿੱਚੋਂ ਹਵਾ ਛੱਡੀ, ਤੇ ਹਵਾ ਦੇ ਜਰੀਏ ਤੱਥਾਂ ਨੂੰ ਪਵਨ ਕਹਿੰਦੇ ਨੇ, ਉਹਦੇ ਨਾਲ ਸ਼ਬਦ ਗੂੰਜਦਾ ਹੈ। ਜੇ ਆਪਾਂ ਬੋਲਦੇ ਹਾਂ ਤਾਂ ਸ਼ਬਦ ਹਵਾ ਦੇ ਜਰੀਏ ਗੂੰਜਦਾ ਹੈ, ਨਹੀਂ ਤਾਂ ਬੋਲ ਨਹੀਂ ਸਕਦਾ, ਗੂੰਜ ਨਹੀਂ ਸਕਦਾ, ਆਵਾਜ਼ ਆ ਨਹੀਂ ਸਕਦੀ। ਪ੍ਰਤੱਖ ਤੌਰ 'ਤੇ ਇੱਕ ਦੂਜੇ ਤੱਕ ਆਵਾਜ਼ ਪਹੁੰਚਦੀ ਹੈ ਹਵਾ ਦੇ ਜਰੀਏ। ਗੱਡੀ 'ਚ ਬੈਠ ਜਾਓ, ਸ਼ੀਸ਼ੇ ਡੋਰਾਂ ਬੰਦ ਹੋਣ, ਬਾਹਰ ਖੜੇ ਦਾ ਮੂੰਹ ਹਿਲਦਾ ਦਿਸੂਗਾ, ਆਵਾਜ਼ ਨਹੀਂ ਸੁਣੂ, ਕਿ ਹਵਾ ਪ੍ਰਵੇਸ਼ ਨਹੀਂ ਕਰਦੀ। ਇਸ ਪ੍ਰਕਾਰ ਪੌਣ ਗੁਰੂ, ਤਾਂ ਹੀ ਗੁਰੂ ਨਾਨਕ ਪਾਤਸ਼ਾਹ ਗਿਆ ਪੌਣ ਗੁਰੂ ਪਾਣੀ ਪਿਤਾ। ਉਸ ਪੌਣ ਗੁਰੂ ਵੱਲੋਂ ਹਵਾ ਪੈਦਾ ਹੋਈ, ਪਹਿਲੋਂ ਆਕਾਸ਼ ਪੈਦਾ ਹੋਇਆ, ਉਸ ਵਿੱਚੋਂ ਪੌਣ ਹਵਾ ਪੈਦਾ ਹੋਈ, ਤੇ ਹਵਾ ਵਿੱਚੋਂ ਫਿਰ ਮਹਾਰਾਜ ਸਾਹਿਬ ਨੇ ਅਗਨੀ ਛੱਡ ਦਿੱਤੀ, ਤੇ ਅਗਨੀ ਵਿੱਚੋਂ ਪਾਣੀ ਛੱਡ ਦਿੱਤਾ, ਤੇ ਪਾਣੀ ਵਿੱਚੋਂ ਧਰਤੀ ਬਣਾ ਦਿੱਤੀ, ਤੇ ਧਰਤੀ ਤੋਂ ਸ੍ਰਿਸ਼ਟੀ ਬਣਾ ਦਿੱਤੀ। ਸਾਈ ਮੱਤ ਵਾਲੇ ਵੀਰਾਂ ਦਾ ਖਿਆਲ ਹੈ ਵੀ ਖੁਦਾ ਅੱਲਾ ਨੇ ਜਦੋਂ ਸ੍ਰਿਸ਼ਟੀ ਸਾਜੀ ਹੈ, ਉਹਨੂੰ 7 ਦਿਨ ਲੱਗੇ ਸੀ, 8ਵੇਂ ਦਿਨ ਉਸਨੇ ਛੁੱਟੀ ਕੀਤੀ ਹੈ। ਪਰ ਬਾਣੀ ਇਸ ਤਰ੍ਹਾਂ ਨਹੀਂ ਮੰਨਦੀ, ਕੀਤਾ ਪਸਾਓ ਏਕੋ ਪਵਾਓ, ਤਿਸਤੇ ਹੋਏ ਲੱਖ ਦਰਿਆਓ। ਇੱਕ ਪਵਾਵੇ ਤੇ ਸਭ ਹੋਗਾ। ਆਪਣੇ ਰਸਨਾ ਦੀ ਵਾਕ ਨਾਲ, ਆਪਣੇ ਬਚਨਾਂ ਨਾਲ ਸ੍ਰਿਸ਼ਟੀ ਸਾਜੀ ਪਰਮੇਸ਼ਰ ਕਰਤੇ ਪੁਰਖ ਨੇ। ਤੇ ਜੇ ਡੀਂਗਾ ਮਾਰਨ ਵਾਲਾ ਕੋਈ ਮਾਰੇ ਵੀ ਤੇ ਉਹਦੀਆਂ ਸਫਲ ਨਹੀਂ ਹੋ ਸਕਦੀਆਂ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਬਚਨ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉੱਤੀ ਮਾਹੋ ਕਵਣ, ਜਿਤ ਹੋਆ ਅਵਤਾਰ। ਦੱਸੋ ਭਾਈ ਕਿਹੜਾ ਵੇਲਾ ਸੀ, ਰਾਤ ਦਾ ਸੀ, ਸਵੇਰ ਦਾ ਸੀ, ਦੁਪਹਿਰ ਦਾ ਸੀ, ਕੌਣ ਸਵੇਲਾ? ਵਕਤ ਕਿਹੜਾ? ਵਕਤ ਬੋਲੀ ਮੁਸਲਮਾਨਾਂ ਦੀ ਹੈ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ, ਜਿਹੜੀਆਂ 15 ਥਿਤਾਂ ਨੇ ਉਹਨਾਂ ਦੀ ਕੋਈ ਥਿਤ ਤੇ ਹੋਵੇਗੀ ਨਾ ਜਦੋਂ ਸ੍ਰਿਸ਼ਟੀ ਸਾਡੀ ਹੈ। ਕਵਣ ਸਵੇ ਥਿਤ ਕਵਣ ਕਵਣ, ਸੋ ਭਾਵ ਵਾਰ, 7 ਵਾਰਾਂ 'ਚੋਂ ਵਾਰ ਕਿਹੜਾ ਸੀ? ਜਿਹੜੇ 7 ਵਾਰ ਬਣੇ ਨੇ, ਐਤਵਾਰ ਸੂਰਜ ਦਾ ਹੈ, ਤੇ ਸੋਮਵਾਰ ਚੰਦਰਮਾ ਦਾ ਹੈ, ਤੇ ਮੰਗਲਵਾਰ ਧਰਤੀ ਦਾ ਹੈ, ਤੇ ਬੁੱਧਵਾਰ ਇਸ ਪ੍ਰਕਾਰ ਚੰਦਰਮਾ ਦੇ ਪੁੱਤਰ ਬੁੱਧ ਦਾ ਹੈ, ਵੀਰਵਾਰ ਦੇਵਤਿਆਂ ਦੇ ਮੁਖੀ ਬ੍ਰਹਸਪਤ ਦਾ ਹੈ। ਇਸ ਪ੍ਰਕਾਰ ਵੀਰਵਾਰ ਤੇ ਸ਼ੁੱਕਰਵਾਰ ਦੈਂਤਾਂ ਦੇ ਪੁਰੋਹਿਤ ਗੁਰੂ ਸ਼ੁੱਕਰ ਦਾ ਹੈ, ਸ਼ਨੀਵਾਰ ਸੂਰਜ ਦੇ ਪੁੱਤਰ ਦਾ ਹੈ। ਇਸ ਪ੍ਰਕਾਰ ਇਹਨਾਂ ਵਾਰ, ਇਹ ਸਾਰੇ ਬਾਅਦ ਬਣੇ ਨੇ, ਤੇ ਸ੍ਰਿਸ਼ਟੀ ਪਹਿਲੋਂ ਸਾਜੀ ਪਰਮੇਸ਼ਰ ਨੇ, ਕਿਵੇਂ ਕੋਈ ਗੱਲ ਲਊਗਾ? ਇਸ ਪ੍ਰਕਾਰ 7 ਵਾਰਾਂ 'ਚੋਂ ਕੋਈ ਵਾਰ ਨਹੀਂ ਦੱਸ ਸਕਦਾ, 15 ਥਿੱਤਾਂ 'ਚੋਂ ਕੋਈ ਥਿੱਤ ਨਹੀਂ ਦੱਸ ਸਕਦਾ, 6 ਰੁੱਤਾਂ 'ਚੋਂ ਕੋਈ ਰੁੱਤ ਨਹੀਂ ਦੱਸ ਸਕਦਾ ਵੀ ਕਿਹੜੀ ਰੁੱਤ ਨੂੰ ਸ੍ਰਿਸ਼ਟੀ ਸਾਜੀ ਹੈ। ਗੁਰਮੁਖੋ ਬਾਣੀ ਦੇ ਪ੍ਰਮਾਣਾਂ ਅਨੁਸਾਰ ਅੱਜ ਨਵਾਂ ਸਾਲ ਹੈ। ਭਾਵੇਂ ਸਾਨੂੰ ਬਹੁਤਾ ਗਿਆਨ ਇਸ ਸਾਲ ਬਾਰੇ ਨਹੀਂ, ਬਹੁਤੀ ਕਦਰ ਨਹੀਂ। ਜਾਨਵਰ ਵਾਲੇ ਦਿਨ ਤੇ ਜਨਵਰੀ ਨਵੀਂ ਜੋ ਚੜ੍ਹਦੀ ਹੈ, ਉਦੋਂ ਤਾਂ ਕੋਈ ਭਾਵੇਂ ਮਨੁੱਖ ਘਰ ਰਹਿ ਜਾਂਦਾ ਹੋਵੇ, ਸਾਰੇ ਗੁਰਦੁਆਰੇ ਪਹੁੰਚਦੇ ਹੈ। ਸਿਰ ਮੱਥੇ ਦੱਸੋ ਮਸੀਹ ਪੈਗੰਬਰ ਹੈ, ਵਿਤਕਰਾ ਨਹੀਂ ਕਰਨਾ। ਰੱਬ ਦਾ ਹੀ ਭੇਜਿਆ, ਸ਼ਕਤੀਆਂ ਕਲਾ ਉਸੇ ਦੀਆਂ ਦਿੱਤੀਆਂ ਹੋਈਆਂ ਹੈ। ਜਿੰਨੇ ਵੀ ਮਹਾਤਮਾ ਦੁਨੀਆ ਦੇ ਅਵਤਾਰ ਪੈਗੰਬਰ ਆਏ ਨੇ, ਪਰ ਜੇ ਉਹ ਵੇਲੇ ਦਾ ਪਤਾ ਹੁੰਦਾ, ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਪੰਡਤ ਬੜੇ ਬੜੇ ਵਿਦਵਾਨ ਹੋ ਚੁੱਕੇ ਨੇ, ਭ੍ਰਿੰਗੂ ਰਿਸ਼ੀ, ਬ੍ਰਹਮ ਰਿਸ਼ੀ ਵਰਗੇ ਸਾਰੇ ਵਰਲਡ ਦਾ ਹਿਸਾਬ ਕਿਤਾਬ ਕੱਢ ਗਏ ਨੇ। ਕਦੋਂ ਜਾ ਕੇ ਗ੍ਰਹਿਣ ਲੱਗਣਾ, ਕਦੋਂ ਕੀ ਹੋਣਾ, ਬੰਦਿਆਂ ਦਾ ਜੰਮਣ ਮਰਨ ਆਰਿਸ ਤੱਕ ਲਿਖ ਗਏ ਨੇ। ਪਰ ਇਹ ਤਾਂ ਨਹੀਂ ਲਿਖ ਸਕੇ ਵੀ ਸ੍ਰਿਸ਼ਟੀ ਕਦੋਂ ਸਾਜੀ ਹੈ ਤੇ ਪਰਲੋ ਕਦੋਂ ਕਰਨੀ ਹੈ, ਇਹ ਤਾਂ ਨਹੀਂ ਉਹਦੇ ਵੱਸ ਦੀ ਗੱਲ। ਸੋ ਇਹ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਜੇ ਹੁੰਦੇ ਤਾਂ 18 ਪੁਰਾਣਾਂ 'ਚ ਕੋਈ ਨਾ ਕੋਈ ਲੇਖ ਹੁੰਦਾ। 4 ਵੇਦਾਂ 'ਚ ਸ਼ਾਮ ਵੇਦ, ਡਿੱਗ ਵੇਦ, ਜੁਜਰ ਵੇਦ, ਥਰਵਣ ਵੇਦ, ਲੇਖਾਂ 'ਚ ਕੋਈ, ਵੇਦਾਂ 'ਚ ਕੋਈ ਪ੍ਰਮਾਣ ਹੁੰਦਾ। ਸੋ ਇਸ ਪ੍ਰਕਾਰ ਜਾਂ ਕਤੇਬਾ ਜੀ ਹੁੰਦਾ, ਕੁਰਾਨ ਸ਼ਰੀਫ ਜੀ ਹੁੰਦਾ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹੋ ਕਵਣ।
ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੜਤੀ। ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ। ਕਾਦੀਆਂ ਨਹੀਂ ਕਾਦੀਆਂ, ਬਾਣੀ 'ਚ ਲਿਖਿਆ ਕਾਦੀਆਂ, ਬਿੰਦੀ ਕੋਲੋਂ ਲਾ ਲੈਂਦੇ ਆ। ਕਾਜ਼ੀਆਂ ਭਾਵ ਇਹਦਾ ਅਰਥ ਹੈ ਕਾਜ਼ੀਆਂ, ਜਿਹੜੇ ਮੁਸਲਮਾਨੀ ਮਤ ਦੇ ਮੁਖੀ ਨੇ। ਸੋ ਇਹ ਉਹਨਾਂ ਕਾਜ਼ੀਆਂ ਨੂੰ ਵੀ ਨਹੀਂ ਪਤਾ ਲਿਖਣ ਲੇਖ ਕੁਰਾਨ। ਪਤਾ ਹੁੰਦਾ ਕੁਰਾਨ ਸ਼ਰੀਫ 'ਚ ਲਿਖਿਆ ਹੁੰਦਾ, ਮੁਹੰਮਦ ਸਾਹਿਬ ਲਿਖ ਜਾਂਦੇ। ਸੋ ਇਸ ਪ੍ਰਕਾਰ ਵਕਤ ਨਾ ਪਾਇਓ ਕਾਜ਼ੀਆਂ ਲਿਖਣ ਦੇ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ, ਕਿਸੇ ਥਿਤ ਦਾ ਕੋਈ ਪਤਾ ਨਹੀਂ, ਵਾਰ ਦਾ ਕੋਈ ਪਤਾ ਨਹੀਂ। ਰੁੱਤ ਮਾਹੋ ਨਾ ਕੋਈ, ਰੁੱਤ ਕਿਹੜੀ ਸੀ 6 ਰੁੱਤਾਂ 'ਚੋਂ, ਅਤੇ ਮਾਹੋ ਮਹੀਨਾ ਕਿਹੜਾ ਸੀ 12 ਮਹੀਨਿਆਂ 'ਚੋਂ। ਇਸ ਕਰਕੇ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ। ਇਸ ਪ੍ਰਕਾਰ ਕੋਈ ਬਹਿਸਾ ਨਹੀਂ ਕਰਨਾ ਕਿ ਨਵਾਂ ਸਾਲ ਕਿਹੜਾ ਹੈ। ਇਸ ਪ੍ਰਕਾਰ ਗੁਰਮੁਖੋ ਜਦੋਂ ਨਵਾਂ ਸਾਲ ਸਦੀ ਬਦਲੀ, ਹਾਹਾਕਾਰ ਬੜਾ ਕੀ ਹੋ ਜਾਣਾ। ਦਾਸ ਨੂੰ ਪੜ੍ਹਿਆ ਲਿਖਿਆ ਵੀਰ ਕਹਿੰਦਾ ਜੀ ਜਾਪ ਕਰਵਾਇਓ, ਜੇ ਕਰਵਾਇਓ ਸਦੀ ਬਦਲਣੀ, ਮੈਂ ਪਰਲੋ ਆ ਜਾਣੀ, ਕੀ ਹੋਣਾ ਹੈ। ਸਦੀਆਂ ਦੇ ਰੋਜ਼ ਬਦਲਦੀਆਂ ਹੈ, ਅਗਿਆਨਤਾ ਹੈ, ਬੇਸਮਝੀ ਹੈ। ਕੇਵਲ ਜਨਵਰੀ ਸਦੀ ਬਦਲਣੀ ਹੈ, ਹੋਰ ਸਾਲ ਨਹੀਂ ਬਦਲਦੇ। ਕਿੰਨੇ ਆਉਂਦੇ ਨੇ ਵੱਖਰੇ ਵੱਖਰੇ ਮਤਾਂ ਅਨੁਸਾਰ। ਇਹੋ ਜਿਹੇ ਭੁਲੇਖਿਆਂ ਤੋਂ ਸਦਾ ਦੂਰ ਰਹਿਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ 6 ਰੁੱਤਾਂ ਤੇ ਰੁੱਤਾਂ ਬਦਲਦੀਆਂ ਸੂਰਜ ਅਨੁਸਾਰ। ਸੰਗਰਾਂਦ ਬਦਲਦੀ ਹੈ ਸੂਰਜ ਅਨੁਸਾਰ। ਸੂਰਜ 2-3 ਤੇ ਹੈ ਨਹੀਂ, ਜਿਹੜੇ ਧੱਕੇ ਨਾਲ 2 ਬਣਾ ਲਈਆਂ, 3 ਬਣਾ ਲਈਆਂ। ਮੱਸਿਆ ਪੁੰਨਿਆ ਬਦਲਦੀ ਹੈ ਚੰਦਰਮਾ ਅਨੁਸਾਰ। ਜੇ ਵੀ ਸੰਗਰਾਂਦ ਵੱਖਰੀ ਵੱਖਰੀ ਕਰ ਲਈ ਤਾਂ ਮੱਸਿਆ ਵੀ ਵੱਖਰੀ ਆਪਣੀ ਕਰ ਲਓ, ਪੁੰਨਿਆ ਵੀ ਆਪਣੀ ਕਰ ਲੋਗੇ ਭਲਾ। ਡਾਇਰੀ ਵੇਖਣ ਤੋਂ ਬਿਨਾਂ ਬੱਚਾ ਵੀ ਦੱਸ ਦੂ ਕਿ ਅੱਜ ਚੰਦਰਮਾ ਪੂਰਾ ਹੈ ਆਕਾਸ਼ ਵਿੱਚ, ਅੱਜ ਪੁੰਨਿਆ ਹੈ। ਅੱਜ ਚੰਦਰਮਾ ਨਹੀਂ ਦਿਸਦਾ, ਅੱਜ ਮੱਸਿਆ ਹੈ, ਵੇਖਣ ਦੀ ਲੋੜ ਹੀ ਨਹੀਂ। ਹੁਣ ਸੂਰਜ ਦਾ ਪਤਾ ਨਹੀਂ ਲੱਗਦਾ, ਧੱਕੇਸ਼ਾਹੀ ਹੋ ਸਕਦੀ ਹੈ, ਉਹ ਕਰ ਦਿੱਤੀ ਲਾਗੂ ਜ਼ਬਰਦਸਤੀ। ਇਸ ਪ੍ਰਕਾਰ ਦੇ ਸੰਗਰਾਂਦ ਇਕੱਠੇ ਹੋ ਕੇ ਗੁਰਦੁਆਰੇ ਸਿੱਖ ਹੀ ਬਣਾਉਂਦੇ ਨੇ, 12 ਮਾਹ ਅਨੁਸਾਰ, ਆਮ ਮਤਾਂ ਵਾਲੇ ਨਹੀਂ। ਸੋ ਸੰਗਰਾਂਦ ਦਾ ਅਰਥ ਹੈ ਸਕਰਾਂਤ, ਸਕਰਾਂਤ ਦਾ ਅਰਥ ਹੈ ਤਬਦੀਲੀ। ਸੋ ਸੂਰਜ ਆਪਣਾ ਰਥ ਬਦਲਦਾ ਹੈ, ਰਾਸ਼ੀ ਬਦਲ ਰਥਾ ਵੀ ਨਾਲ ਹੀ ਬਦਲਦਾ ਹੈ। ਉਸ ਘੜੀ ਦਾ ਨਾਂ ਸੰਗਰਾਂਦ ਹੈ। 2-3 ਹੋ ਹੀ ਨਹੀਂ ਸਕਦੀਆਂ ਅਤੇ ਨਾ ਹੋਈਆਂ ਨੇ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਇਹ ਬਖਸ਼ਾਂ ਕੀਤੀਆਂ, ਪਰ ਸਾਨੂੰ 12 ਮਾਹ ਅਨੁਸਾਰ ਅੱਜ ਹੀ ਨਵਾਂ ਸਾਲ ਮੰਨਣਾ ਚਾਹੀਦਾ, ਜੋ ਚੇਤ ਮਹੀਨਾ ਹੈ। ਚਾਵਾ 12 ਮਾਹ ਦੇ ਤੁਹਾਨੂੰ ਹਵਾਲੇ ਬਾਣੀ ਦੇ ਦਿੱਤੇ ਨੇ, 2 ਗੁਰੂ ਗ੍ਰੰਥ ਸਾਹਿਬ ਦੇ, 2 ਦਸਮ ਗ੍ਰੰਥ ਦੇ। ਇਸ ਪ੍ਰਕਾਰ ਨਿਰਣਾ ਵੀ ਰੱਖਣਾ ਚਾਹੀਦਾ ਅਤੇ ਯਕੀਨ ਅਤੇ ਭਰੋਸਾ ਵੀ ਗੁਰਬਾਣੀ ਦਾ ਸਾਨੂੰ ਰੱਖਣਾ ਚਾਹੀਦਾ ਹੈ। ਇਸ ਪ੍ਰਕਾਰ ਫਿਰ 6 ਰੁੱਤਾਂ ਹੁੰਦੀਆਂ ਨੇ ਸਾਲ ਦੀਆਂ, 6 2 ਮਹੀਨੇ ਦੀ ਇੱਕ। ਅੱਜ ਰੁੱਤ ਆਰੰਭ ਹੋਈ ਹੈ, ਜਿਸ ਨੂੰ ਬਸੰਤ ਰੁੱਤ ਕਹਿੰਦੇ ਨੇ। ਭਾਵੇਂ ਮਾਘ ਮਹੀਨੇ ਤੋਂ ਬਸੰਤ ਗਾਉਣਾ ਸ਼ੁਰੂ ਡਾਗੀ ਕਰ ਦਿੰਦੇ ਨੇ, ਪਰ ਜਿੱਥੇ ਰੁੱਤੀ ਸਲੋਕ ਬਾਣੀ ਲਿਖੀ ਗੁਰੂ ਅਰਜਨ ਸਾਹਿਬ ਜੀ ਨੇ, ਉਹਦੇ ਵਿੱਚ ਅੱਜ ਤੋਂ ਬਸੰਤ ਰੁੱਤ ਸ਼ੁਰੂ ਹੋਈ ਹੈ। ਸੋ ਇਹ 2 ਮਹੀਨੇ ਰਹੇਗੀ ਬਸੰਤ ਰੁੱਤ। ਸੋ ਆਪ ਲਿਖਿਆ ਚੇਤ ਵਿਸਾਖ ਮਾਹ, ਇਸ ਤਰ੍ਹਾਂ ਪੰਕਤੀਆਂ ਲਿਖੀਆਂ। ਫਿਰ ਆਊਗੀ ਗਰੀਖਮ ਰੁੱਤ। ਗਰੀਖਮ ਰੁੱਤ ਅਤ ਗਾਖੜੀ ਜੇਠ ਅਖਾੜੇ ਕਾਮ ਜੀਓ। ਅਤੇ ਫਿਰ ਆਵੇਗੀ ਸੋ ਪਾਵਸ ਰੁੱਤ, ਵਰਖਾ ਵਾਲੀ ਰੁੱਤ। ਅਤੇ ਫਿਰ ਆਵੇਗੀ ਸਰਦ ਰੁੱਤ, ਅੱਸੂ ਕੱਤੇ ਦੀ। ਅਤੇ ਫਿਰ ਆਵੇਗੀ ਸਿਸੀਅਰ ਰੁੱਤ, ਪੱਤ ਝਾੜ। ਅਤੇ ਫਿਰ ਆਵੇਗੀ ਸੋ ਉਸ ਨੂੰ ਕਹਿੰਦੇ ਨੇ ਗਰੀਖਮ ਰੁੱਤ। ਇਸ ਪਰ ਹੇਮਕਰ ਰੁੱਤ ਜਿਹੜੀ ਹੁਣ ਲੰਘੀ ਹੈ, ਹੇਮਕਰ ਰੁੱਤ ਆਵੇਗੀ ਆਖਰੀ। ਇਸ ਪ੍ਰਕਾਰ ਰੁੱਤਾਂ ਅਨੁਸਾਰ ਵੀ ਅੱਜ ਨਵਾਂ ਸਾਲ, 12 ਮਾਹ ਅਨੁਸਾਰ ਵੀ ਅੱਜ ਨਵਾਂ ਸਾਲ। ਅਤੇ ਨਿਹਚੇ ਨਾਲ ਕੋਈ ਨਹੀਂ ਜਦ ਕਰ ਸਕਦਾ ਵੀ ਕਦੋਂ ਨਵਾਂ ਸਾਲ। ਬਾਣੀ ਅਨੁਸਾਰ ਸਾਨੂੰ ਮੰਨਣਾ ਚਾਹੀਦਾ ਹੈ। ਸੋ 12 ਮਾਹ ਦਾ ਪਾਠ ਆਰੰਭ ਹੋਇਆ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਚਰਨਾਂ 'ਚ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਬਾਬਾ ਬੁੱਢਾ ਜੀ ਆਦਿਕ ਮਹਾਰਾਜ ਸਾਹਿਬ ਜੀ ਕਿਰਪਾ ਕਰੋ, ਜਿੱਥੇ ਸਦਨਾਮੇ ਬਾਣੀ, ਜਿੱਥੇ ਘੋੜੀਆਂ ਨਾਮੇ ਬਾਣੀ, ਜਿੱਥੇ ਰੁੱਤਾਂ ਅਨੁਸਾਰ ਬਾਣੀ, 7 ਵਾਰਾਂ ਅਨੁਸਾਰ ਬਾਣੀ ਤੁਸਾਂ ਬਖਸ਼ ਕੀਤੀ ਹੈ। ਇਹ ਮਹੀਨਾ ਸੁਣ ਸਾਨੂੰ ਪੰਡਤਾਂ ਕੋਲ ਜਾਣਾ ਪੈਂਦਾ, ਬ੍ਰਾਹਮਣਾਂ ਕੋਲ ਜਾਣਾ ਪੈਂਦਾ ਹੈ। ਉਹ ਸੁਣਾਉਂਦੇ ਨੇ ਸਾਹਿਸਕ੍ਰਿਤੀ ਵਿੱਚ, ਸਾਨੂੰ ਸਮਝ ਨਹੀਂ ਪੈਂਦੀ। ਅਤੇ ਨਾਲ ਉਹਨਾਂ ਡਰ ਵੀ ਇੰਨਾ ਪਾਇਆ ਵੀ ਜੇ ਮਹੀਨੇ ਦਾ ਨਾਂ ਤੁਸੀਂ ਆਪਣਾ ਆਪ ਲੈ ਲਿਆ ਅਤੇ ਪਤਾ ਨਹੀਂ ਕੀ ਪਰਲੋ ਆ ਜਾਣੀ ਹੈ। ਪਤਾ ਸਭ ਨੂੰ ਹੁੰਦਾ ਮਹੀਨਾ ਕਿਹੜਾ ਹੈ। ਦਾਜ ਛੋਟਾ ਸੀ, ਗੁਰਦੁਆਰੇ ਆਉਣਾ ਅਤੇ ਗਾਂਢ ਗੁਆਂਢ ਮਾਈਆਂ ਨੇ ਸੋ ਖੁਦ ਮਹੀਨਾ ਸੁਣਾ। ਪਤਾ ਸਾਰਿਆਂ ਨੂੰ ਹੁੰਦਾ ਵੀ ਮਹੀਨਾ ਕਿਹੜਾ ਹੈ, ਰਿਵਾਜ ਵੀ ਬਣਿਆ ਸੀ।
इस प्रकार अपने आप को महीने का ਨਾਂ नहीं ਸੀ ਲੈਂਦਾ, फर्क कोई नहीं पैंदा, लहो सिर मथे। ਤੇ ਕਈਆਂ ਦਾ ਇਹ ਵੀ ਵਹਿਮ ਹੈ ਤੋਂ ਯਤਨ ਕਰਦੇ ਵੀ ਸੰਗਰਾਂਦ ਨਹੀਂ ਮਨਾਉਣੀ, ਇਹ ਸੂਰਜ ਦੀ ਪੂਜਾ ਹੈ। ਹੁਣ ਬਾਣੀ 'ਚ ਇੱਕ ਵੀ ਪੰਕਤੀ 12 ਮਾਹ ਸੂਰਜ ਦੀ ਪੂਜਾ ਦੀ ਕੱਢ ਕੇ ਵਿਖਾਓ, ਅਰਥ ਕਰਕੇ ਵਿਖਾਓ, ਇੱਕ ਵੀ ਪੰਕਤੀ। ਪੂਜਾ ਕਾਲ ਦੀ ਹੈ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਸਤਿਗੁਰੂ ਸਾਨੂੰ ਬਖਸ਼ ਕਰ ਗਏ ਨੇ। ਇਹ 12 ਮਹਾ ਬਾਣੀ ਆਪ ਜੀ ਨੇ ਇਸਤਰੀ ਰੂਪ ਆਪਣੇ ਆਪ ਨੂੰ ਮਧੇ ਰੱਖ ਕੇ ਤੇ ਮਰਦ ਕਾਲ ਪੁਰਖ ਨੂੰ ਮਧੇ ਰੱਖ ਕੇ ਮਹਾਰਾਜ ਸਾਹਿਬ ਜੀ ਨੇ ਉਚਾਰੀ ਹੈ, ਜਿਸ ਦੀ ਵਿਚਾਰ ਆਪਾਂ ਮਿਲ ਜੁਲ ਕੇ ਕਰਨੀ ਹੈ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨਿਮਰਤਾ ਵਿਖਾਉਣ ਲੱਗੇ। ਸਾਡੇ ਵੱਡੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ 12 ਮਾਹ ਉਚਾਰਿਆ, ਪੜ੍ਹ ਲਿਆ ਕਰੋ। 12 ਮਹੀਨੇ ਦੇ ਨਾਂ ਆ ਜਾਂਦੇ ਆ ਜੀ, ਉਹ ਕੁਝ ਮਹਿੰਗਾ ਘੱਟ ਸਮ ਪੈਂਦੀ ਹੈ। ਤੇ ਦਸਮ ਗ੍ਰੰਥ ਵਾਲੀ ਬਾਣੀ ਦਾ ਤਾਂ ਬਹੁਤਾ ਮਹਿੰਗਾ ਨਾ, ਟਸ ਕਿਉਂ ਨਾ ਹੀਓ, ਕਸ ਕਿਉਂ ਨਾ ਕਸਾਈ, ਇਸ ਤਰ੍ਹਾਂ ਦੀਆਂ ਪੰਕਤੀਆਂ ਆਉਂਦੀਆਂ ਨੇ ਸੋਹੀਆਂ ਦੇ ਰੂਪ ਵਿੱਚ। ਸੋ ਬਹੁਤੀ ਸਮਝ ਨਹੀਂ ਪੈਂਦੀ, ਬੋਲੀ ਮਹਿੰਗੀ ਹੈ। ਉੱਥੋਂ ਵੀ ਪੜ੍ਹਿਆ ਜਾ ਸਕਦਾ, ਤੁਖਾਰੀ ਰਾਗ ਵੀ ਪੜ੍ਹਿਆ ਜਾ ਸਕਦਾ, ਤੇ 12 ਮਾਹ ਪ੍ਰਚਲਿਤ ਜਿਹੜਾ ਹੈ। ਸੋ ਜਿਹੜਾ ਆਪਾਂ ਪੜ੍ਹਦੇ ਹਾਂ, ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੰਗਤਾਂ ਨੂੰ ਮਾਣ ਬੜਾ ਦਿੰਦੇ ਸੀ, ਵਡਿਆਈ ਬੜੀ ਦਿੰਦੇ ਸੀ, ਬਚਨ ਨਹੀਂ ਸੀ ਬੋਲਦੇ। ਚੰਗਾ ਸਿੱਖ ਸੰਗਤੋ, ਤੁਹਾਡਾ ਹੁਕਮ ਸਿਰ ਮੱਥੇ। ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਬਰਾਬਰੀ ਨਹੀਂ ਕਰਨ ਲੱਗੇ, ਨਾ ਰੀਸ ਕਰਨ ਲੱਗੇ, ਤੇ ਨਾ ਤੁਹਾਡਾ ਬਚਨ ਹੀ ਮੋੜਦੇ ਆ। ਸੋ ਤੁਖਾਰੀ ਰਾਗ ਵਾਲਾ 12 ਮਹਾ ਮੂਲ ਹੋਵੇਗਾ, ਤੇ ਇਹ ਟੀਕਾ ਹੋਵੇਗਾ, ਉਹਦੇ ਅਰਥਾਂ ਤੋਂ ਜੇ ਪੈਰਾਂ 'ਚ ਹੋਵੇ, ਵਿਚਾਰ ਦਿੰਦੇ ਤੁਹਾਨੂੰ, ਸੌਖਾ ਪੜ੍ਹ ਲਿਆ ਕਰੋ। ਤੇ ਭਾਗਾਂ ਵਾਲੀਆਂ ਆਤਮਾ ਗੁਰਮੁਖ ਨਿਤਨੇਮ ਕਰਦੇ ਨੇ 12 ਮਹਾ ਦਾ ਰੋਜ਼। ਹੋਰ ਬਾਣੀਆਂ ਦਾ ਜਿੰਨਾ ਮਰਜ਼ੀ ਕਰੋ, ਕਰਨਾ ਚਾਹੀਦਾ। ਵੱਧ ਤੋਂ ਵੱਧ ਬਾਣੀ ਨਾਮ ਰੂਪ ਹੈ, ਬਾਣੀ ਜਹਾਜ਼ ਰੂਪ ਹੈ। ਸੋ ਸ੍ਰਿਸ਼ਟੀ ਸਾਜੀ ਪਰਮੇਸ਼ਰ ਨੇ ਕਿਤੇ ਤੋਂ ਪੰਜਾਂ ਤੱਤਾਂ ਤੋਂ ਧਰਤੀ, ਆਕਾਸ਼, ਪੌਣ, ਪਾਣੀ ਤੇ ਅਗਨੀ, ਇਹਨਾਂ 'ਚੋਂ ਇੱਕ ਵੀ ਘਟ ਜਾਵੇ ਤੇ ਜੀਵ ਜਿਉਂਦਾ ਨਹੀਂ ਰਹਿ ਸਕਦਾ, ਨਾ ਅਸੀਂ ਤੇ ਨਾ ਕੋਈ ਹੋਰ। ਪੰਜਾਂ ਤੱਤਾਂ ਤੋਂ, ਪੰਜ ਤੱਤ ਕਰ ਸ੍ਰਿਸ਼ਟ ਸਭ